ਸਤਿ ਸ਼੍ਰੀ ਅਕਾਲ ਦੋਸਤੋ। ਪਾਕਿਸਤਾਨੀ ਸਫ਼ਰਨਾਮੇ ਦੇ ਭਾਗ 7 ਵਿੱਚ ਅਸੀਂ ਪੜ੍ਹਿਆ ਕਿ ਬਲਰਾਜ ਸਾਹਨੀ ਹੋਣੀ ਜਿਹੜੀ ਗੱਲ ਦਾ ਜ਼ਿਕਰ ਕਰਨਾ ਚਾਹ ਰਹੇ ਨੇ ਉਹ ਹੈ ਪਿਆਰ ਅਤੇ ਲਗਾਵ। ਅਤੇ ਇਸ ਪਿਆਰ ਅਤੇ ਲਗਾਵ ਵਿੱਚ ਸਾਨੂੰ ਅਨੇਕਾਂ ਤਰ੍ਹਾਂ ਦੇ ਭੁਲੇਖੇ ਪੈਂਦੇ ਹਨ। ਜਿਵੇਂ ਉਹ ਸ਼ੁਰੂ ਵਿੱਚ ਦੱਸਦੇ ਹਨ ਕਿ ਜਸਵੰਤ ਸਿੰਘ ਕੰਵਲ ਨਾਲ ਉਹ ਉਹਨਾਂ ਦੇ ਕਿਸੇ ਸਾਹਿਤਕ ਦੋਸਤ ਦੇ ਘਰੇ ਜਾਂਦੇ ਹਨ, ਜਿੱਥੋਂ ਉਹਨਾਂ ਨੂੰ ਆਪਣੇ ਘਰ ਦਾ ਹੂਬਹੂ ਭੁਲੇਖਾ ਪੈਂਦਾ ਹੈ ਅਤੇ ਇਸ ਤਰ੍ਹਾਂ ਭੁਲੇਖਿਆਂ ਦੀ ਲੜੀ ਦੀ ਅੱਗੇ ਉਹ ਵਾਰਤਾ ਸੁਣਾਉਂਦੇ ਹਨ। ਫਿਰ ਉਹ ਸਾਡੇ ਅੱਗੇ ਉਹਨਾਂ ਗੱਲਾਂ ਦਾ ਜ਼ਿਕਰ ਕਰਦੇ ਹਨ ਜੋ ਆਪਣੇ ਖਾਨਦਾਨ ਨਾਲ ਜੁੜੀਆਂ ਹੋਈਆਂ ਨੇ, ਜੋ ਵਿਰਾਸਤ ਦਾ ਹਿੱਸਾ ਨੇ, ਜਿਵੇਂ ਕਿ ਗੁਜਰਾਤ ਦੇ ਕਬੀਲੇ ਦਾ, ਕਾਠੀਆਵਾੜ ਲੋਕਾਂ ਦਾ, ਜਿਸ ਤੋਂ ਸਾਨੂੰ ਉਹਨਾਂ ਲੋਕਾਂ ਦਾ ਆਪਣੇ ਪੁਰਖਿਆਂ ਪ੍ਰਤੀ ਪਿਆਰ ਅਤੇ ਵਚਨਬੱਧਤਾ ਦਾ ਸੁਨੇਹਾ ਮਿਲਦਾ ਹੈ। ਤੇ ਅੱਗੋਂ ਅਸੀਂ ਅੱਜ ਪਾਕਿਸਤਾਨੀ ਸਫ਼ਰਨਾਮੇ ਦਾ ਭਾਗ 8 ਪੜ੍ਹਾਂਗੇ। ਗੌਰ ਫਰਮਾਉਣਾ। ਭਾਗ 8। ਝੰਗ ਮਗਿਆਣੇ ਨੂੰ ਯਾਦ ਕਰਨ ਵੇਲੇ ਅਨੇਕਾਂ ਚਿਹਰੇ ਅੱਖਾਂ ਅੱਗੇ ਘੁੰਮਣ ਲੱਗ ਪੈਂਦੇ ਹਨ। ਬਿਲਾਲ, ਅੰਜਮ ਤੱਕੀ, ਜ਼ਫਰ ਅਲੀ, ਸ਼ੇਰੀ ਸਾਹਿਬ, ਸ਼ਰਬ ਅਨਸਾਰੀ, ਹਬੀਬ, ਸ਼ੇਰ ਅਫਜ਼ਲ ਜਾਫਰੀ। ਅਤੇ ਮੈਂ ਸੋਚ ਹੈਰਾਨ ਹੁੰਦਾ ਹਾਂ ਕਿਵੇਂ ਇਹਨਾਂ ਰੱਬ ਦੇ ਬੰਦਿਆਂ ਨੇ ਇੱਕ ਅਭਿਆਗਤ ਅਤੇ ਨਾਵਾਕਫ ਬੰਦੇ ਨੂੰ ਝੱਟ ਗੱਲ ਨਾਲ ਲਾ ਲਿਆ। ਕਈ ਐਸੇ ਚਿਹਰੇ ਵੀ ਸਾਹਮਣੇ ਆਉਂਦੇ ਹਨ ਜਿਨ੍ਹਾਂ ਨਾਲ ਕੇਵਲ ਦੂਰੋਂ ਦੋਸਤੀ ਲਾਉਣ ਦਾ ਸਮਾਂ ਮਿਲਿਆ। ਮਸਲਨ ਜ਼ੈਲਕਰ ਦਾ ਮਾਲਕ ਫਤਿਹ ਖਾਨ ਸਿਆਲ, ਉਸ ਦਾ ਹੋਟਲ ਦੀ ਇੱਕ ਗੁੱਠੇ ਕੁਰਸੀ ਮੇਜ਼ ਢਾਹ ਕੇ ਬੈਠਣਾ ਨਾ ਵਾਜਬ ਜਿਹਾ ਮਾਲੂਮ ਹੁੰਦਾ। ਰਾਜ ਸਿੰਘਾਸਨ ਉਹਦੇ ਲਈ ਵਧੇਰੇ ਢੁਕਵੀਂ ਚੀਜ਼ ਸੀ। ਕੋਠੇ ਜਿਤਨਾ ਕੱਦ, ਹੱਥ ਲਾਇਆ ਮੈਲੀ ਹੋਣ ਵਾਲੀ ਗੋਰੀ ਰੰਗਤ, ਕਹਿਰਾਂ ਦਾ ਹਸੀਨ ਚਿਹਰਾ, ਮਰਦਊ ਪਰ ਸ਼ਰਮਾਕਲ, ਹੂਬਹੂ ਜਿਵੇਂ ਕਿਸੇ ਮੁਗਲ ਜਾਂ ਰਾਜਪੂਤ ਚਿੱਤਰਕਾਰ ਨੇ ਉਲੀਕਿਆ ਹੋਵੇ। ਵਤਨੀ ਪਹਿਰਾਵਾ। ਇੱਕ ਸ਼ਾਮ ਚੁੱਪਚਾਪ ਮੇਰੇ ਕਮਰੇ ਵਿੱਚ ਮੰਜੀ ਉੱਤੇ ਆ ਬੈਠਾ ਸੀ। ਮੈਂ ਕਿਹਾ ਸੀ, ਤੁਸੀਂ ਇਤਨੇ ਸੋਹਣੇ ਹੋ, ਤੁਹਾਡੀ ਫੋਟੋ ਤਾਂ ਮੈਂ ਜ਼ਰੂਰ ਖਿੱਚਣੀ ਹੈ। ਉਸ ਤੋਂ ਬਾਅਦ ਜਦੋਂ ਵੀ ਉਹ ਮੈਨੂੰ ਆਉਂਦਿਆਂ ਜਾਂਦਿਆਂ ਵੇਖਦਾ ਕਿਤੇ ਲੁਕ ਜਾਂਦਾ। ਫੋਟੋ ਕੀ ਖਿੱਚਣੀ ਸੀ, ਮੈਂ ਝੱਟ ਘੜੀ ਉਸ ਨਾਲ ਬਹਿ ਕੇ ਗੱਲਬਾਤ ਕਰਨ ਤੋਂ ਵੀ ਵਾਂਝਿਆ ਹੋ ਗਿਆ। ਪਰ ਜਿਸ ਸ਼ਖਸੀਅਤ ਦਾ ਮੇਰੇ ਉੱਪਰ ਸਭ ਤੋਂ ਡੂੰਘਾ ਪ੍ਰਭਾਵ ਪਿਆ ਉਹ ਸੀ ਸ਼ੇਰ ਅਫਜ਼ਲ ਜਾਫਰੀ। ਉਹ ਕਵੀ ਜਿਸ ਬਾਰੇ ਮੈਂ ਪਿੱਛੇ ਕਿਹਾ ਹੈ ਕਿ ਕਿਸੇ ਵੱਡੇ ਅਫਸਰ ਦੇ ਖਾਨਸਾਮੇ ਵਾਂਗ ਦਿਸਦਾ ਸੀ। ਇਹ ਮਨੁੱਖ ਮੈਨੂੰ ਆਲਮਗੀਰ ਸ਼ੋਹਾਂ ਦਾ ਮਾਲਕ ਜਾਪਿਆ। ਉਸ ਦੇ ਸੰਗ ਬਹਿ ਕੇ ਮੈਂ ਆਪਣੇ ਆਪ ਨੂੰ ਧਰਤ ਤੋਂ ਗਿੱਠ ਉੱਚਾ ਮਹਿਸੂਸ ਕੀਤਾ। ਮੈਨੂੰ ਜੀਵਨ ਵਿੱਚ ਕੁਝ ਆਲਮਗੀਰ ਹਸਤੀਆਂ ਨੂੰ ਨੇੜਿਓਂ ਵੇਖਣ ਦਾ ਸੁਭਾਗ ਮਿਲਿਆ ਹੈ। ਗਾਂਧੀ ਜੀ, ਟੈਗੋਰ, ਕਸ਼ਮੀਰੀ ਭਾਸ਼ਾ ਦੇ ਮਹਾਕਵੀ ਗੁਲਾਮ ਅਹਿਮਦ ਮਹਿਜੂਰ, ਬੰਗਾਲੀ ਸਾਹਿਤਕਾਰ ਖਿਤੀ ਮੋਹਨ ਸੈਨ ਆਦਿ। ਮੈਂ ਇਸ ਨਤੀਜੇ 'ਤੇ ਪੁੱਜਿਆ ਹਾਂ ਕਿ ਜਿਸ ਪੱਧਰ 'ਤੇ ਇਹ ਲੋਕ ਵਿਚਰਦੇ ਹਨ ਉਸ ਦਾ ਗਿਆਨ ਕੇਵਲ ਉਹਨਾਂ ਦੀਆਂ ਰਚਨਾਵਾਂ ਪੜ੍ਹ ਕੇ ਹੀ ਨਹੀਂ, ਸਗੋਂ ਉਹਨਾਂ ਦੀ ਗੱਲਬਾਤ ਤੇ ਉਸ ਵਿੱਚੋਂ ਛਲਕਦੇ ਹਾਸ ਰਸ ਵਿੱਚੋਂ ਪ੍ਰਾਪਤ ਹੁੰਦਾ ਹੈ। ਰੋਣ ਨਾਲੋਂ ਹੱਸਣਾ ਅਤੇ ਰਵਾਨ ਨਾਲੋਂ ਹਸਾਉਣਾ ਕਿਤੇ ਔਖਾ ਹੈ। ਰੋਣਾ ਨਿਰਾਸ਼ਵਾਦੀ ਤੇ ਹਾਨੀ ਸੂਚਕ ਵਸਤ ਹੈ। ਇਹਦਾ ਕਲੇਵਰ ਸੰਸਾਰਿਕ ਮੋਹ ਨਾਲ ਨੱਥੀ ਹੋਇਆ ਪਿਆ ਹੈ। ਇਸੇ ਕਾਰਨ ਇਸ ਦੀਆਂ ਭਾਂਤ ਦੀਆਂ ਵੰਨਗੀਆਂ ਨਹੀਂ ਅਤੇ ਪੱਧਰ ਭੇਦ ਵੀ ਮਾਮੂਲੀ ਹਨ। ਪਰ ਹਾਸ ਵਿੱਚ ਨਿਰਲੇਪਤਾ, ਮੁਕਤੀ ਅਤੇ ਉਡਾਰੀ ਹੈ। ਤਾਈਓ ਇਹਦੇ ਭਾਂਤ ਦੇ ਰੰਗ ਤੇ ਰੂਪ ਹਨ। ਇਹ ਹੇਠਲੀ ਤੋਂ ਹੇਠਲੀ ਅਤੇ ਉੱਚੀ ਤੋਂ ਉੱਚੀ ਪੱਧਰ ਦਾ ਹੋ ਸਕਦਾ ਹੈ। ਇੱਥੋਂ ਤੱਕ ਕਿਹਾ ਜਾ ਸਕਦਾ ਹੈ ਕਿਸੇ ਇਨਸਾਨ ਦੀ ਦਿਮਾਗੀ, ਜਜ਼ਬਾਤੀ ਤੇ ਇਖਲਾਕੀ ਵਡਿਆਈ ਦਾ ਅੰਦਾਜ਼ਾ ਬਖੂਬੀ ਉਸ ਦੇ ਹਾਸੇ ਤੋਂ ਲਾਇਆ ਜਾ ਸਕਦਾ ਹੈ। ਮੈਂ ਵੇਖਿਆ ਹੈ ਕਿ ਹਾਸ ਉਪਰੋਕਤ ਮਹਾਂਪੁਰਸ਼ਾਂ ਦੀ ਸਭ ਤੋਂ ਵੱਡੀ ਤਫਰੀਹ ਸੀ। ਇਸੇ ਨਾਲ ਉਹ ਆਪਣੇ ਥਕੇਵੇਂ ਲਾਹੁੰਦੇ, ਆਪਣੇ ਕੰਮ ਨੂੰ ਤੇ ਜਿਵੇਂ ਸੰਸਾਰ ਨੂੰ ਵੀ ਖੇਡ ਜਿਹੀ ਬਣਾ ਛੱਡਦੇ। ਵਿਚਾਰ ਅਤੇ ਸ਼ਬਦ ਦੇ ਸਾਈਂ ਹੋਣ ਤੋਂ ਛੁੱਟ ਉਹਨਾਂ ਦੇ ਕਿਰਦਾਰ ਦੀ ਨਿਰਭੈਤਾ ਤੇ ਨਿਰਵਿਕਰਤੀ ਉਹਨਾਂ ਦੇ ਹਾਸੇ ਮਖੌਲ ਵਿੱਚ ਅਲੋਕਾਰ, ਮਾਸੂਮੀਅਤ, ਸੂਖਮਤਾ ਤੇ ਕਟਾਖ ਭਰ ਦਿੰਦੀ। ਉਹਨਾਂ ਦੇ ਵੇਲੜੇ ਅਤੇ ਆਪ ਮੁਹਾਰੇ ਵਾਰਤਾਲਾਪ ਵਿੱਚ ਉਹ ਕਰਾਮਾਤਾਂ ਲੈ ਆਉਂਦੀ ਜੋ ਉਹਨਾਂ ਦੀਆਂ ਕਿਰਤਾਂ ਤੋਂ ਵੀ ਕਿਤੇ ਉਚੇਰੀਆਂ ਸਨ। ਸ਼ੇਰ ਅਫਜ਼ਲ ਬਜ਼ਾਤੇ ਖੁਦ ਇੱਕ ਚੱਲਦਾ ਫਿਰਦਾ ਮੁਸ਼ਾਇਰਾ ਹੈ। ਉਸ ਮੈਥੋਂ ਨਾ ਹੀ ਮਿਲਣ ਤੇ ਨਾ ਹੀ ਉਸ ਤੋਂ ਬਾਅਦ ਕਦੇ ਕੋਈ ਜ਼ਾਤੀ ਸਵਾਲ ਪੁੱਛਿਆ। ਮੈਂ ਕੌਣ ਹਾਂ, ਕਿੱਥੋਂ ਆਇਆ, ਕੀ ਕਰਨਾ, ਇਹਨਾਂ ਗੱਲਾਂ ਵਿੱਚ ਉਹਨੂੰ ਕੋਈ ਦਿਲਚਸਪੀ ਨਹੀਂ ਸੀ। ਉਸ ਦੀਆਂ ਚੰਚਲ ਅਤੇ ਹੈਰਾਨਕੁਨ ਹੱਤੀਕ ਜਵਾਨ ਅੱਖਾਂ ਮੇਰੇ ਅੰਦਰ ਦੇ ਇਨਸਾਨ ਨੂੰ ਨੌਂਦਰ ਦੀਆਂ ਜਾਪਦੀਆਂ ਸਨ। ਮੇਰੀ ਵਡਿਆਈ ਇਸ ਗੱਲ ਵਿੱਚ ਸੀ
ਕਿ ਮੈਨੂੰ ਉਹਦੀਆਂ ਅੱਖਾਂ ਤੋਂ ਡਰ ਨਹੀਂ ਲੱਗਾ। ਮੈਨੂੰ ਉਹਨਾਂ ਵਿੱਚੋਂ ਉਹ ਕੁਝ ਲੱਭਦਾ ਜੋ ਮੈਂ ਆਪ ਟੋਲਦਾ ਸਾਂ, ਅਤੇ ਮੈਂ ਦਿਲੋਂ ਮਨੋਂ ਡਾਕਟਰ ਨਜ਼ੀਰ ਦੇ ਕਥਨ ਦੀ ਤਾਇਦ ਕਰਨ ਲੱਗ ਪਿਆ। ਸੱਚਮੁੱਚ ਇਹ ਬੜੀ ਮਰਦਮਖੇਜ਼ ਧਰਤੀ ਹੈ। ਉਸ ਸ਼ਾਮ ਜਦੋਂ ਝੰਗ ਤੋਂ ਵਾਪਸ ਆ ਕੇ ਅਸੀਂ ਤੱਕੀ ਅੰਜੁਮ ਦੇ ਘਰ ਇਕੱਠੇ ਹੋਏ ਤਾਂ ਸ਼ੇਰ ਅਫਜ਼ਲ ਜ਼ਾਫਰੀ ਨੇ ਹਾਸੇ ਤੇ ਚੁਹਲ ਦੀ ਸ਼ੈਬਰ ਲਾ ਦਿੱਤੀ। ਉਸ ਵਿੱਚੋਂ ਅਡੋਲ ਜਿਹੇ ਕਵਿਤਾਵਾਂ ਛਿੜ ਪਈਆਂ, ਮਸ਼ਾਇਰਾ ਚੱਲ ਪਿਆ। ਤੱਕੀ ਅੰਜਮ ਨੇ ਓੜਕ ਦੀਆਂ ਦੁੱਖਾਂ ਤੇ ਕਵਿਤਾਵਾਂ ਆਰੰਭੀਆਂ। ਜ਼ਫਰ ਨੇ ਰੁਮਾਨੀ। ਕੋਲ 10-15 ਆਦਮੀ ਬੈਠੇ ਸਨ, ਪਰ ਐਸਾ ਰਸੀਲਾ ਸਮਾਂ ਉੱਗੇ ਤੋਂ ਉੱਗੇ ਮਸ਼ਾਇਰਿਆਂ ਵਿੱਚ ਵੀ ਕਦੇ ਕਦਾਈ ਹੀ ਵੱਜਦਾ ਹੈ। ਅਤੇ ਫਿਰ ਜਦੋਂ ਮੀਰ ਮਸ਼ਾਇਰਾ ਸ਼ੇਰ ਅਫਜ਼ਲ ਨੇ ਆਪਣੀ ਗਜ਼ਲ ਸੁਣਾਈ ਤਾਂ ਇੱਕ ਇੱਕ ਸ਼ੇਰ ਗਗਨਾਂ ਦੀਆਂ ਉਡਾਰੀਆਂ ਲੈਣ ਲੱਗ ਪਿਆ। ਸੱਚ, ਜੇ ਮੁਹੰਮਦ ਇਕਬਾਲ ਉੱਥੇ ਮੌਜੂਦ ਹੁੰਦੇ ਤਾਂ ਦਾਨ ਕਰੋ ਰੁਗ ਰੁਗ ਭਰ ਵਸਲਾਂ, ਘੁੱਟ ਘੁੱਟ ਮਾਰੋ ਜੱਫੀਆਂ ਦੀ ਨੌਬਤ ਆ ਜਾਣੀ ਸੀ। ਜਾਫਰੀ ਨੂੰ ਆਪਣੇ ਝੰਗ ਦੇਸ ਦੀ ਬੋਲੀ ਉੱਪਰ ਅਖੁੱਟ ਮਾਣ ਹੈ ਅਤੇ ਉਸ ਦੀ ਰਸਨਾ ਉੱਪਰ ਇਹ ਬੋਲੀ ਪੰਜਾਬ ਦੀ ਸਭ ਤੋਂ ਮਿੱਠੀ ਅਤੇ ਸਮਰੱਥ ਬੋਲੀ ਬਣ ਜਾਂਦੀ ਹੈ। ਪਰ ਉਹ ਲਿਖਦਾ ਉਰਦੂ ਵਿੱਚ ਹੈ। ਮੇਰੀ ਜਾਚੇ ਇਹਦਾ ਕਾਰਨ ਹੀਨ ਭਾਵਨਾ ਨਹੀਂ, ਉਹ ਆਪਣੇ ਦੇਸ਼ ਦੀ ਮਿੱਥੀ ਰਾਸ਼ਟਰ ਭਾਸ਼ਾ ਉਰਦੂ ਨੂੰ ਪ੍ਰਬਲ ਬਣਾਉਣਾ ਆਪਣਾ ਕਰਤੱਵ ਸਮਝਦਾ ਹੈ। ਉਰਦੂ ਨੂੰ ਸੀਮਤ ਨਹੀਂ, ਵਿਆਪਕ ਢੰਗ ਨਾਲ ਵੇਖਦਾ ਹੈ। ਉਹਦੀ ਝੋਲ ਨੂੰ ਚੰਗੀ ਸ਼ਬਦਾਂ, ਅਲੰਕਾਰਾਂ ਅਤੇ ਤੁਲਨਾਵਾਂ ਨਾਲ ਭਰਦਾ ਹੈ, ਜਿਵੇਂ ਕਿ ਹੇਠ ਦਿੱਤੀਆਂ ਸਹਿਜ ਸੁਭਾਅ ਦੂਣੀਆਂ ਟੂਕਾਂ ਤੋਂ ਜ਼ਾਹਰ ਹੁੰਦਾ ਹੈ। दार का सोग सोग हलकोरा, जिंदगी का सुहाग लाया है, महवे आवे चना होकर भी इश्क ने आग राग गाया है, फिर नया दाग वक्त ने बख्शा, एक दिया और मुस्कुराया है। जिल मिले पौंगों से चमकी साते, सुरमई लम्हों के दारे सज गए, काली काली खामोशी के कान में शेर अफजल के बुलारे सज गए। ये बुल्ले का मिसरा, ये बाहू की बानी, हुस्न उसका मसरीला और किस्मत की न्यानी, कलजुग में कहलाए लाज महल की रानी। ਇਹ ਕਾਢਾਂ ਉਹ ਅਜਿਹੇ ਫੱਬਵੇਂ ਤੇ ਜੜਾਊ ਢੰਗ ਨਾਲ ਕੱਢਦਾ ਹੈ ਕਿ ਵੱਡੇ ਤੋਂ ਵੱਡੇ ਨੁਕਤਾ ਚੀਨਾਂ ਨੂੰ ਵੀ ਮਾੜੀਆਂ ਨਹੀਂ ਲੱਗਦੀਆਂ। ਇਸ ਅਨੋਖੀ ਰੰਗਤ ਨੇ ਉਹਦੀ ਕਵਿਤਾ ਨੂੰ ਭਰਪੂਰ ਸ਼ਲਾਘਾ ਦਿਵਾਈ ਹੈ। ਹਿੰਦੀ ਉਰਦੂ ਵਿੱਚ ਲਿਖਣ ਵਾਲੇ ਦੂਜੇ ਕਈ ਪ੍ਰਥਮ ਸ਼੍ਰੇਣੀ ਦੇ ਪੰਜਾਬੀ ਲਿਖਾਰੀਆਂ ਨੇ ਵੀ ਅਜਿਹੇ ਪ੍ਰਯੋਗ ਕੀਤੇ ਹਨ, ਪਰ ਮੰਨਣਾ ਪਵੇਗਾ ਕਿ ਉਹ ਬਹੁਤਾ ਸਫਲ ਨਹੀਂ ਹੋਏ। ਆਪਣੀ ਜ਼ਬਾਨ ਲਈ ਦੂਰ ਦਰਾਡਿਓਂ ਨਵੇਂ ਸ਼ਬਦ ਢੋ ਢੋ ਕੇ ਲੈ ਆਉਣਾ ਸੁਭਾਵਕ ਅਤੇ ਪ੍ਰਵਾਨ ਕੰਮ ਹੈ। ਰਵਿੰਦਰਨਾਥ ਟੈਗੋਰ ਨੇ ਲਗਭਗ 60,000 ਨਵੇਂ ਸ਼ਬਦ ਬੰਗਾਲੀ ਭਾਸ਼ਾ ਵਿੱਚ ਪਾ ਦਿੱਤੇ, ਪਰ ਬਗਾਨੀ ਭਾਸ਼ਾ ਵਿੱਚ ਨਵਾਂ ਲਫ਼ਜ਼ ਪਾਉਣ ਵੇਲੇ ਲਗਾਤਾਰ ਖੱਬੇ ਸੱਜੇ ਵੇਖਣਾ ਪੈਂਦਾ ਹੈ, ਅੰਤਾਂ ਦੀ ਕਾਰਾਗਰੀ ਕਰਨੀ ਪੈਂਦੀ ਹੈ। ਇਸੇ ਕਾਰਨ ਮੈਂ ਸੋਚਦਾ ਕਿ ਜੇ ਆਪਣੇ ਅਵਿਸ਼ਕਾਰਮਈ ਪ੍ਰਤਿਭਾ ਦਾ ਉਪਯੋਗ ਸ਼ੇਰ ਅਫਜ਼ਲ ਨੇ ਆਪਣੀ ਭਾਸ਼ਾ ਲਈ ਕੀਤਾ ਹੁੰਦਾ ਤਾਂ ਉਸ ਦੀ ਜਾਦੂਈ ਸ਼ਖਸੀਅਤ ਲਈ ਵਿਕਾਸ ਦੇ ਸਾਰੇ ਰਾਹ ਖੁੱਲ੍ਹ ਜਾਂਦੇ। ਪਰ ਜੇ ਉਹ ਇੰਜ ਨਹੀਂ ਕਰ ਸਕਿਆ ਤਾਂ ਦੋਸ਼ ਉਸ ਦਾ ਨਹੀਂ, ਸਗੋਂ ਉਹਨਾਂ ਹਾਲਤਾਂ ਦਾ ਹੈ ਜਿਨ੍ਹਾਂ ਨੇ ਬੁੱਲੇ ਤੇ ਵਾਰਸ ਦਿਆਂ ਵਾਰਸਾਂ ਨੂੰ ਇਸ ਯੁੱਗ ਵਿੱਚ ਅਜੀਬ ਢੰਗ ਨਾਲ ਥਿਰਕਾ ਤੇ ਧੁੰਦਲਾ ਛੱਡਿਆ ਹੈ। ਉਸ ਤੋਂ ਅਗਲੀ ਰਾਤ ਝੰਗ ਵਿੱਚ ਮੇਰੀ ਅਖੀਰਲੀ ਰਾਤ, ਜਦੋਂ ਹਬੀਬ ਬੈਂਕ ਦੇ ਮੈਨੇਜਰ ਸਾਹਿਬ ਦੀ ਕੋਠੀ ਵਿੱਚ ਤਾਰਿਆਂ ਦੀ ਛਾਂ ਹੇਠ ਸੰਮੀ ਧਰੀਸ ਦਾ ਨਗਾਰਾ ਵੱਜਿਆ ਸੀ ਤਾਂ ਸ਼ੇਰ ਅਫਜ਼ਲ ਫੇਰ ਫੁੱਲ ਝੜੀਆਂ ਤੇ ਮਹਿਤਾਬੀਆਂ ਵਾਂਗ ਛੁੱਟ ਪਿਆ। ਉਸ ਦੀ ਸ਼ਖਸੀਅਤ ਦੀ ਮਹਿਕ ਨੂੰ ਮੈਂ ਕਿਵੇਂ ਬਿਆਨ ਕਰਾਂ, ਮੇਰੀ ਤਾਕਤ ਤੋਂ ਬਾਹਰ ਹੈ। ਜੇ ਮੈਨੂੰ ਡਾਇਰੀ ਲਿਖਣ ਦਾ ਸਹੀ ਚੱਜ ਆਉਂਦਾ ਤਾਂ ਇੱਧਰ ਉੱਧਰ ਦੀਆਂ ਗੱਲਾਂ ਨੋਟ ਕਰਨ ਦੀ ਥਾਂ ਮੈਂ ਉਸ ਦੇ ਮੂੰਹੋਂ ਨਿਕਲਦੇ ਵਾਕ ਹੀ ਨੋਟ ਕਰੀ ਜਾਂਦਾ। ਪੰਜਾਬ ਦਾ ਭੰਗੜਾ ਨਾਚ ਸਾਰੇ ਦੇਸ਼ ਵਿੱਚ ਸ਼ੋਹਰਤ ਹਾਸਲ ਕਰ ਚੁੱਕਿਆ ਹੈ, ਪਰ ਝੰਗ ਦੇ ਸੰਮੀ ਨਾਚ ਅੱਗੇ ਉਹ ਕੋਈ ਚੀਜ਼ ਨਹੀਂ। ਮੇਰੇ ਕਥਨ ਦੀ ਸੱਚਾਈ ਨੂੰ ਉਹ ਸੱਜਣ ਪਰਖ ਸਕਦੇ ਹਨ ਜਿਨ੍ਹਾਂ ਇਹ ਨਾਚ ਆਪਣੀ ਅੱਖੀਂ ਵੇਖਿਆ ਹੈ। ਦਰਅਸਲ ਸੰਮੀ ਮੁਟਿਆਰਾਂ ਦਾ ਨਾਚ ਹੈ। ਇਸ ਦੀ ਗਤੀ, ਲੈਅ ਤੇ ਤਾਲ ਸੁਭਕ ਅਤੇ ਮਹੀਨ ਹੈ। ਉਸ ਦੇ ਵਿੱਚ ਭੰਗੜੇ ਵਾਲਾ ਖਰੂਦ ਬਿਲਕੁਲ ਨਹੀਂ। ਅੱਜ ਇਹ ਮਰਦਾਂ ਦੇ ਪੱਲੇ ਆ ਪਿਆ ਹੈ ਤਾਂ ਇਸ ਗੱਲ ਦੀ ਜ਼ਿੰਮੇਵਾਰੀ ਕੇਵਲ ਮੁਸਲਮਾਨਾਂ ਦੀ ਮਜ਼ਹਬੀ ਤੰਗ ਨਜ਼ਰੀ ਉੱਪਰ ਨਹੀਂ ਥੱਪੀ ਜਾ ਸਕਦੀ। ਮੈਨੂੰ ਕੋਲ ਬੈਠੇ ਹੋਏ ਇੱਕ ਬਜ਼ੁਰਗ ਨੇ ਦੱਸਿਆ ਸੀ ਕਿ ਉਹਨਾਂ ਦੇ ਬਚਪਨ ਵਿੱਚ ਪਿੰਡਾਂ ਦੀਆਂ ਤੀਵੀਆਂ ਹਿੰਦੂ ਤੇ ਮੁਸਲਮਾਨ ਦੋਵੇਂ ਸੰਮੀ ਧਰੀਸ ਸ਼ਸ਼ੰਦ ਹੋ ਕੇ ਨੱਚਦੀਆਂ ਸਨ, ਪਰ ਹੌਲੀ ਹੌਲੀ
ਨਵੀਂ ਰੋਸ਼ਨੀ ਦੇ ਪੜ੍ਹਿਆਂ ਲਿਖਿਆਂ ਨੇ ਇਹਨਾਂ ਚੀਜ਼ਾਂ ਨੂੰ ਅਸੱਭਿਆ ਤੇ ਅਸ਼ਲੀਲ ਕਰਾਰ ਦੇ ਦਿੱਤਾ ਤੇ ਸ਼ਹਿਰਨਾਂ ਦੀ ਦੇਖਾ ਦੇਖੀ ਜੱਟੀਆਂ ਵੀ ਹਟ ਕੇ ਬਹਿ ਗਈਆਂ। ਗੱਲ ਠੀਕ ਹੀ ਜਾਪਦੀ ਹੈ। ਮੈਨੂੰ ਯਾਦ ਹੈ ਕਿ ਜਦੋਂ ਅਧਿਆਪਕ ਬਣ ਕੇ ਮੈਂ ਸ਼ਾਂਤੀ ਨਿਕੇਤਨ ਪੁੱਜਾ ਤਾਂ ਉੱਥੋਂ ਦੇ ਬੰਗਾਲੀ ਮੁੰਡੇ ਕੁੜੀਆਂ ਨੇ ਮੈਥੋਂ ਪੰਜਾਬੀ ਲੋਕ ਗੀਤਾਂ ਬਾਰੇ ਸਵਾਲ ਪੁੱਛੇ ਤੇ ਮੈਂ ਸੋਚੀ ਪੈ ਗਿਆ ਸਾਂ ਭਈ ਇਹ ਲੋਕ ਗੀਤ ਸਹੁਰੇ ਕੀ ਬਲਾ ਹੁੰਦੇ ਨੇ। ਦੇਸ਼ ਆਜ਼ਾਦ ਹੋਣ ਪਿੱਛੋਂ ਸਾਡੇ ਭਾਰਤੀ ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਚੰਗਾ ਮਾਣ ਮਿਲਿਆ ਹੈ। ਵਿਕਾਸ ਦੀਆਂ ਰਾਹਾਂ ਖੁੱਲ੍ਹੀਆਂ ਹਨ ਤੇ ਹੋਰ ਪ੍ਰਾਂਤਾਂ ਦੀ ਦੇਖਾ ਦੇਖੀ ਪੰਜਾਬੀਆਂ ਨੇ ਵੀ ਆਪਣੇ ਲੋਕ ਗੀਤਾਂ, ਲੋਕ ਨਾਚਾਂ ਆਦਿ ਦੀ ਕਦਰ ਕਰਨੀ ਸ਼ੁਰੂ ਕਰ ਦਿੱਤੀ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਉਸ ਪੁਰਾਣੀ ਵਿਕਿਰਤ ਮਨੋਵਿਰਤੀ ਦੇ ਲੱਛਣ ਪੂਰੀ ਤਰ੍ਹਾਂ ਦੂਰ ਹੋ ਗਏ ਹਨ। ਪਤਵੰਤੇ ਸ਼ਹਿਰੀ ਪਰਿਵਾਰਾਂ ਵਿੱਚ ਕਈ ਵਾਰੀ ਅਜਿਹੀ ਅੰਗਰੇਜ਼ੀ ਜਾਂ ਹਿੰਦੀ ਲਹਿਜੇ ਵਿੱਚ ਬੋਲੀ ਹੋਈ ਪੰਜਾਬੀ ਸੁਣਨ ਵਿੱਚ ਆਉਂਦੀ ਹੈ ਕਿ ਉਹਨੂੰ ਪਛਾਣਨਾ ਮੁਸ਼ਕਲ ਹੋ ਜਾਂਦਾ ਹੈ। ਗਾਇਕ ਤੇ ਗਾਇਤਰੀਆਂ ਲੋਕ ਗੀਤਾਂ ਨੂੰ ਐਸੀ ਫਿਲਮ ਅਤੇ ਮਿੱਝ ਕੱਢ ਅਦਾ ਨਾਲ ਪੇਸ਼ ਕਰਦੀਆਂ ਹਨ ਕਿ ਉਹਨਾਂ ਦੀ ਨਿੱਘਰਤਾ ਅਤੇ ਸੁਸ਼ਾਂਤਤਾ ਕਰੀਬ ਨਸ਼ਟ ਹੋ ਜਾਂਦੀ ਹੈ। ਸਾਡੇ ਕਈ ਆਧੁਨਿਕ ਸਾਹਿਤਕਾਰ ਭਾਵੇਂ ਉਹ ਅਗਾਂਹਵਧੂ ਖਿਆਲ ਦੇ ਹੋਣ ਤੇ ਭਾਵੇਂ ਪ੍ਰਯੋਗਵਾਦੀ, ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀਆਂ ਸੁੱਚੀਆਂ ਲੀਹਾਂ ਤਿਆਗ ਕੇ ਅੰਗਰੇਜ਼ੀ ਕਦਰਾਂ ਅਤੇ ਹਿੰਦੀ ਸ਼ਬਦਾਵਲੀ ਦੇ ਇਤਨਾ ਅਧੀਨ ਹੋ ਕੇ ਲਿਖਦੇ ਹਨ ਜਿਵੇਂ ਦਿਲ ਦੀ ਕਿਸੇ ਨੁਕਰੇ ਪੰਜਾਬੀ ਹੋਣ ਦੀ ਹਾਲਾ ਵੀ ਨਮੋਸ਼ੀ ਹੋਵੇ। ਅਜਿਹੀ ਮਾਤ ਸੇਵਾ ਨੂੰ ਤਾਂ ਕਦੇ-ਕਦੇ ਕਸੇਵਾ ਆਖਣ ਨੂੰ ਜੀ ਕਰ ਪੈਂਦਾ ਹੈ। ਦੂਜੇ ਪਾਸੇ ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਭਾਸ਼ਾ ਤੇ ਲੋਕ ਕਲਾ ਨੂੰ ਯਤੀਮ ਬਾਲ ਵਾਂਗ ਰੋਲਣ ਲਈ ਛੱਡ ਦਿੱਤਾ ਗਿਆ ਹੈ। ਨਾ ਹਕੂਮਤ ਨੇ ਉਹਨੂੰ ਪ੍ਰਵਾਨਿਆ ਹੈ ਤੇ ਨਾ ਹੀ ਸਮਾਜ ਵੱਲੋਂ ਉਹਦੀ ਪ੍ਰਫੁੱਲਤਾ ਲਈ ਕੋਈ ਉਪਰਾਲੇ ਕੀਤੇ ਗਏ ਹਨ। ਇਸ ਗੱਲ ਨੂੰ ਵੇਖ ਕੁਦਰਤੀ ਤੌਰ ਉੱਤੇ ਦਿਲ ਨੂੰ ਬੜਾ ਦੁੱਖ ਹੁੰਦਾ ਹੈ, ਪਰ ਨਾਲ ਇੱਕ ਗੱਲ ਦੀ ਤਸੱਲੀ ਵੀ ਹੁੰਦੀ ਹੈ, ਉਹ ਇਹ ਕਿ ਸੱਭਿਆਚਾਰਕ ਵਿਰਸੇ ਨੂੰ ਜੇ ਨਿਖਾਰਿਆ ਨਹੀਂ ਤਾਂ ਘੱਟੋ ਘੱਟ ਵਿਗਾੜਿਆ ਵੀ ਨਹੀਂ ਜਾ ਰਿਹਾ। ਪਾਕਿਸਤਾਨੀ ਫਿਲਮਾਂ ਵਿੱਚ ਤੇ ਰੇਡੀਓ ਉੱਤੇ ਵਰਤੀਂਦੀ ਪੰਜਾਬੀ ਬੋਲੀ ਖਰੀ ਤੇ ਨਰੋਈ ਹੁੰਦੀ ਹੈ, ਦਿਲ ਠਾਰਦੀ ਹੈ ਅਤੇ ਇਸੇ ਤਰ੍ਹਾਂ ਲੋਕ ਗੀਤ ਗਾਉਣ ਅਤੇ ਲੋਕ ਨਾਚ ਨੱਚਣ ਦਾ ਢੰਗ ਵੀ ਠੇਠ ਤੇ ਸੁਭਾਵਿਕ ਹੈ। ਉਹਦੀ ਟੰਗ ਬਾਂਹ ਨਹੀਂ ਮਰੋੜੀ ਜਾਂਦੀ। ਮਰਦਾਂ ਦਾ ਜ਼ਨਾਨੇ ਢੰਗ ਨਾਲ ਨੱਚਣਾ ਸੁਣਨ ਵਿੱਚ ਅਸੁਭਾਵਿਕ ਗੱਲ ਜਾਪਦੀ ਹੈ, ਪਰ ਵੇਖਣ ਵਿੱਚ ਉਤਨੀ ਅਸੁਭਾਵਿਕ ਨਹੀਂ ਰਹਿੰਦੀ ਜੇ ਕਲਾਕਾਰ ਹੁਨਰਮੰਦ ਹੋਣ। ਅੱਜ ਤੋਂ ਕੁਝ ਦਹਾਕੇ ਪਹਿਲਾਂ ਜਦੋਂ ਮਹਾਰਾਸ਼ਟਰ ਵਿੱਚ ਔਰਤਾਂ ਦਾ ਸਟੇਜ ਉੱਪਰ ਆਉਣਾ ਵਰਜਿਤ ਸੀ, ਬਾਲ ਗੰਧਰਵ ਨਾਮਕ ਅਭਿਨੇਤਾ ਹਮੇਸ਼ਾ ਇਸਤਰੀ ਪਾਰਟ ਖੇਡਦੇ ਸਨ ਅਤੇ ਉਹਨਾਂ ਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਹਨਾਂ ਦੇ ਕੀਤੇ ਵੇਸ਼ ਸ਼ਿੰਗਾਰ ਮਹਾਰਾਸ਼ਟਰੀ ਤੀਵੀਆਂ ਲਈ ਫੈਸ਼ਨ ਬਣ ਜਾਂਦੇ ਸਨ। ਝੰਗ ਦੇ ਸੰਮੀ ਤੇ ਧਰੀਸ ਨੱਚਣ ਵਾਲੇ ਵੀ ਉੱਤਮ ਦਰਜੇ ਦੇ ਕਲਾਵੰਤ ਹਨ। ਪੁਸ਼ਤ ਦਰ ਪੁਸ਼ਤ ਇਹਨਾਂ ਇਸ ਨਾਚ ਨੂੰ ਸਾਂਭਿਆ ਹੈ, ਕਿਸੇ ਪੱਖੋਂ ਵੀ ਲੀਕ ਨਹੀਂ ਲੱਗਣ ਦਿੱਤੀ। ਇੰਨੀ ਦਿਨੀ ਸ਼ਹਿਰ ਵਿੱਚ ਵਿਆਹਾਂ ਸ਼ਾਦੀਆਂ ਦੀ ਭਰਮਾਰ ਸੀ, ਇਸ ਕਾਰਨ ਇਹਨਾਂ ਨੂੰ ਸਿਰ ਖੁਰਕਣ ਦੀ ਵੇਲ ਨਹੀਂ ਸੀ, ਪਰ ਫਿਰ ਵੀ ਪਰਦੇਸੀ ਮਹਿਮਾਨ ਦੀ ਫਰਮਾਇਸ਼ ਪੂਰੀ ਕਰਨ ਲਈ ਉਹਨਾਂ ਹੋਰ ਸਭਨਾਂ ਫਰਮਾਇਸ਼ਾਂ ਨੂੰ ਪਿੱਛੇ ਪਾ ਦਿੱਤਾ। 2 ਘੰਟਿਆਂ ਲਈ ਆਉਣ ਦਾ ਗੁਲਜ਼ਾਰ ਨੂੰ ਵਾਅਦਾ ਦਿੱਤੋ ਨੇ, ਪਰ ਮੈਨੂੰ ਰੱਜਦਾ ਨਾ ਵੇਖ ਕੇ ਅੱਧੀ ਰਾਤ ਇੱਥੇ ਹੀ ਗੁਜ਼ਾਰ ਦਿੱਤੀ। ਉਹ ਲੋਕ ਵੀ ਜਿਹੜੇ ਮੰਡਲੀ ਨੂੰ ਅਗਲੀ ਥਾਂ ਲਿਜਾਣ ਲਈ ਤਾਂਘ ਰਹੇ ਸਨ, ਇਸ ਵਿਗਨ ਨੂੰ ਖਿੜੇ ਮੱਥੇ ਸਹਿੰਦੇ ਰਹੇ। 12 ਜਣਿਆਂ ਦੀ ਮੰਡਲੀ ਸੀ। ਬੋਤਲੀ ਸਾਵੇ ਰੰਗ ਦੀਆਂ ਪੱਗਾਂ, ਚਿੱਟੇ ਰੇਸ਼ਮ ਦੇ ਪਿੰਡਲੀਆਂ ਤੀਕ ਲੰਮੇ ਕੁੜਤੇ, ਬੋਤਲੀ ਸਾਵੇ ਰੰਗ ਦੀਆਂ ਤਹਿਮਤਾਂ, 1-2 ਦੇ ਹੱਥ ਚਿਮਟੇ, ਬਾਕੀਆਂ ਦੇ ਹੱਥ ਖੜਤਾਲਾਂ। ਜਿਸ ਜਵਾਨ ਨੇ ਵਿਸ਼ੇਸ਼ ਕਰਕੇ ਇਸਤਰੀ ਨਾਚ ਨੱਚਣਾ ਸੀ, ਉਹ ਐਨ ਵਿਚਕਾਰ ਸੀ, ਸੁਲਫੇ ਦੀ ਲਾਟ ਵਾਂਗਰ ਸੁਬਕ, ਮਲੂਕੜਾ ਤੇ ਸੋਹਣਾ। ਢੋਲਚੀ ਦੇ ਢਮੱਕਿਆਂ ਅਤੇ ਟਮਕਾਂ ਦੇ ਆਧਾਰ ਤੇ ਚਿਮਟੇ ਤੇ ਖੜਤਾਲਾਂ ਵੱਜਦੀਆਂ ਅਤੇ ਬਿਜਲੀ ਦੀ ਰਫ਼ਤਾਰ ਨਾਲ ਇਹ ਲੋਕ ਨਿਖੜਦੇ, ਤੋੜੇ ਲੈਂਦੇ, ਪਹਿਲਾਂ ਪਾਉਂਦੇ ਅਤੇ ਝੱਟ ਫੇਰ ਇੱਕੋ ਕਤਾਰ ਵਿੱਚ ਦਾਇਰ ਮਾਰ ਕੇ ਜ਼ਮੀਨ ਨੂੰ ਪੈਰਾਂ ਦੇ ਅੰਗੂਠਿਆਂ ਨਾਲ ਟੁੱਕਦੇ ਇੰਜ ਹਰਕਤ ਕਰਦੇ ਜਿਵੇਂ ਕਿਸੇ ਪਹੀਆਂ ਵਾਲੀ ਗੱਡੀ ਉੱਤੇ ਸਵਾਰ ਹੋਣ। ਢੋਲਚੀ ਅਖੂਨੀ ਤਾਲਾਂ ਦਾ ਸਾਗਰ ਆਪਣੇ ਹੱਥਾਂ ਵਿੱਚ ਸਮੋਈ ਖੜਾ ਸੀ। ਨਾ ਉਹ ਬਹੁਤਾ ਟੁਰਦਾ ਤੇ ਨਾ ਹੀ ਉਹਦੇ ਮੂੰਹ ਉੱਪਰ ਲੇਸ ਮਾਤਰ ਕੋਈ ਭਾਵ ਆਉਂਦਾ। ਇੰਜ ਸਪਾਟ ਸੀ ਉਸਦਾ ਚਿਹਰਾ ਜਿਵੇਂ ਕਿਸੇ ਖੁੱਲ੍ਹੀਆਂ ਅੱਖਾਂ ਵਾਲੇ ਮੁਰਦੇ ਦਾ ਹੋਵੇ। ਉਹਦੀ ਸਾਰੀ ਦੀ ਸਾਰੀ ਚੇਤਨਤਾ ਉਹਦੇ ਢੋਲ ਵਿੱਚ ਸੀ। ਪਿੰਡ ਦੇ ਆਲੇ ਦੁਆਲੇ ਚੋਖੀ ਵਿੱਤ ਛੱਡ ਕੇ ਸੋਫਿਆਂ ਤੇ ਕੁਰਸੀਆਂ ਦੀਆਂ ਕਤਾਰਾਂ ਵਿਛੀਆਂ ਸਨ। ਸਿਆਂ ਛੋਟੇ ਵੱਡੇ, ਅਮੀਰ ਤੇ ਗਰੀਬ ਜੁੜੇ ਹੋਏ ਸਨ। ਭੈਣਾਂ ਮਾਵਾਂ ਉੱਪਰ ਕੋਠੀ ਦੇ ਬਰਾਂਡੇ ਵਿੱਚ
ਚਿੱਕਾਂ ਪਿੱਛੇ ਅਲੋਪ ਹੋ ਕੇ ਵੇਖ ਰਹੀਆਂ ਸਨ। ਜਿਸ ਮਹਿਮਾਨ ਲਈ ਇਤਨਾ ਉਚੇਚ ਕੀਤਾ ਗਿਆ ਉਹ ਖੀਸਿਓਂ ਖਾਲੀ ਸੀ। ਇਸ ਖਾਮੀ ਦੀ ਪੂਰਤੀ ਲਈ ਹਰ ਪਾਸਿਓਂ ਦੋਸਤਾਂ ਮਿੱਤਰਾਂ ਦੇ ਨਾਵਾਂ ਉੱਪਰ ਵੇਲਾਂ ਪਾਈਆਂ ਜਾ ਰਹੀਆਂ ਸਨ। ਰੱਜ ਰੱਜ ਕੇ ਕਲਾਕਾਰਾਂ ਦੀ ਝੋਲੀ ਭਰੀ ਜਾ ਰਹੀ ਸੀ। ਮੁੱਖ ਨਾਇਕ ਸੋਲੇ ਗਾਉਂਦਾ ਥੱਕ ਥੱਕ ਜਾਂਦਾ ਸੀ ਅਤੇ ਸਾਰੇ ਚਾਅ ਮਲਾਰ ਦੇ ਰੂਹੇ ਰਹਾਂ ਸਨ ਗੁਲਜ਼ਾਰ ਅਤੇ ਸ਼ੇਰ ਅਫਜ਼ਲ ਜ਼ਾਫਰੀ। ਮੇਰਾ ਜੀ ਕੀਤਾ ਘੱਟੋ ਘੱਟ ਇੱਕ 10 ਰੁਪਈਆਂ ਦੀ ਵੇਲ ਸ਼ੇਰ ਅਫਜ਼ਲ ਦੇ ਨਾਂ ਹੀ ਪਾ ਛੱਡਾਂ, ਪਰ ਨੋਟ ਨਾਇਕ ਦੇ ਹੱਥ ਫੜਾਉਂਦਿਆਂ ਅਚਾਨਕ ਮੇਰੇ ਮੂੰਹੋਂ ਨਿਕਲ ਗਿਆ ਪਾਕਿਸਤਾਨ ਦੇ ਕਲਾਵੰਤਾਂ ਦੀ ਵੇਲ, ਅਤੇ ਜਦੋਂ ਉਹਨੇ ਨਸ਼ਰ ਕੀਤਾ ਤਾਂ ਹਰ ਪਾਸੇ ਤਾੜੀਆਂ ਗੂੰਜ ਉੱਠੀਆਂ। ਅੰਤ ਮੇਰੀ ਸ਼ਾਨ ਵਿੱਚ ਸ਼ੇਰ ਅਫਜ਼ਲ ਨੇ ਤਕਰੀਰ ਕੀਤੀ, ਪਰ ਉਹਦਾ ਮੈਨੂੰ ਇੱਕ ਲਫ਼ਜ਼ ਵੀ ਨਹੀਂ ਯਾਦ। ਰਾਤ ਦੇ 12 ਵੱਜ ਚੁੱਕੇ ਸਨ। ਸਵੇਰੇ 6 ਵਜੇ ਮੈਂ ਸਰਗੋਧੇ ਰਵਾਨਾ ਹੋ ਜਾਣਾ ਸੀ। ਮੈਂ ਇਹਨਾਂ ਲੋਕਾਂ ਤੋਂ ਕਿਵੇਂ ਸਦਾ ਲਈ ਰੁਖਸਤ ਮੰਗਾਂਗਾ ਜਿਹੜੇ ਕੱਲ੍ਹ ਤੀਕ ਮੇਰੇ ਲਈ ਅਜਨਬੀ ਸਨ, ਹੁਣ ਸੱਕੇ ਵੀਰਾਂ ਵਾਂਗ ਪਿਆਰੇ ਹੋ ਗਏ ਹਨ। ਗੁਲਜ਼ਾਰ, ਤੱਕੀ ਅੰਜਮ, ਸ਼ਾਰਿਬ, ਬਿਲਾਲ, ਇਹਨਾਂ ਸਭਨਾਂ ਨੂੰ ਕਿਵੇਂ ਖੁਦਾ ਹਾਫਿਜ਼ ਆਖਾਂਗਾ। ਮੈਂ ਇਹਨਾਂ ਸੋਚਾਂ ਵਿੱਚ ਡੁੱਬਿਆ ਹੋਇਆ ਸਾਂ। ਪਰ ਫੇਰ ਮੈਨੂੰ ਵੀ ਬੋਲਣਾ ਪਿਆ। ਇਤਨਾ ਦਿਲ ਦੀਆਂ ਡੁੰਗਾਨਾਂ ਵਿੱਚੋਂ ਅਤੇ ਇਤਨਾ ਉਦੜਾ ਗੁਦੜਾ ਮੈਂ ਸ਼ਾਇਦ ਹੀ ਜੀਵਨ ਵਿੱਚ ਕਦੇ ਬੋਲਿਆ ਹੋਵਾਂ। ਖੌਰੇ ਕਿਹੜੇ ਜਜ਼ਬੇ ਨੇ ਮੈਥੋਂ ਖਵਾਇਆ। ਵੀਰੋ, ਮੈਂ ਤਾਂ ਝੱਖੜ ਹਨੇਰੀ ਵਿੱਚ ਉੱਡਦੇ ਰੱਦੀ ਕਾਗਜ਼ ਵਾਂਗ ਤੁਹਾਡੇ ਸ਼ਹਿਰ ਦੀਆਂ ਸੜਕਾਂ ਉੱਤੇ ਆ ਡਿੱਗਿਆ ਸਾਂ। ਤੁਸਾਂ ਚੁੱਕ ਲਿਆ, ਚੁਣ ਸਾਫ਼ ਕਰ ਲਿਆ ਅਤੇ ਉਸ ਉੱਪਰ ਅੱਖਰ ਪਾਣੇ ਸ਼ੁਰੂ ਕਰ ਦਿੱਤੇ। ਇਤਨਾ ਭਾਰਾ ਕਰ ਛੱਡਿਆ ਜੇ ਇਹਨੂੰ ਅੱਖਰ ਪਾ ਪਾ ਕੇ। ਇਸ ਕਾਗਜ਼ ਨੇ ਤਾਂ ਉੱਡ ਕੇ ਫੇਰ ਅੱਗੇ ਜਾਣਾ ਹੈ। ਹੁਣ ਇਹ ਕਿਵੇਂ ਉੱਡ ਸਕੇਗਾ, ਦੱਸੋ ਤਾਂ ਸਹੀ। ਅਤੇ ਜਦੋਂ ਜ਼ੈਲ ਘਰ ਦੇ ਬੂਹੇ ਅੱਗੇ ਰਾਤ ਦੇ ਘੁੱਪ ਹਨੇਰੇ ਵਿੱਚ ਅੰਤਮ ਜੱਫੀਆਂ ਪਾਈਆਂ ਗਈਆਂ ਤਾਂ ਸ਼ੇਰ ਅਫਜ਼ਲ ਨੇ ਆਪਣੇ ਹਾਸੇ ਨਾਲ ਫਿਜ਼ਾ ਨੂੰ ਲਿਸ਼ਕਾਉਂਦਿਆਂ ਕਿਹਾ, ਅੱਜ ਸਾਨੂੰ ਯਕੀਨ ਹੋ ਗਿਆ ਹੈ ਭਈ ਹਿੰਦੂਆਂ ਵਿੱਚ ਵੀ ਮੋਮਨ ਹਨ। ਖੌਰੇ ਦਿਲ ਦੀਆਂ ਕਿਹੜੀਆਂ ਰੰਜਿਸ਼ਾਂ ਤੇ ਤਲਖੀਆਂ ਨੇ ਉਹਨੂੰ ਇਹ ਵਾਕ ਕਹਿਣ 'ਤੇ ਮਜਬੂਰ ਕੀਤਾ। ਕੀ ਉਹਨੇ ਵਿਅੰਗ ਕੀਤਾ ਸੀ? ਕਿਤੇ ਉਹ ਮੈਨੂੰ ਗਲਤ ਢੰਗ ਨਾਲ ਤਾਂ ਨਹੀਂ ਵੇਖਦਾ ਰਿਹਾ? ਕਿਤੇ ਮੈਂ ਉਹਦੇ ਬਾਰੇ ਮੁਗਾਲਤੇ ਵਿੱਚ ਤਾਂ ਨਹੀਂ ਰਿਹਾ? ਕੀ ਮੈਂ ਉਸ ਦੀ ਆਲੋਚਨਾ ਕਰਾਂ ਜਾਂ ਆਪਣੀ? ਢੇਰ ਚਿਰ ਮੈਂ ਬਿਸਤਰੇ ਉੱਤੇ ਲੇਟਿਆ ਇਹੋ ਗੱਲ ਸੋਚਦਾ ਰਿਹਾ।